ਲੋਕਾਂ ਦੇ ਵਿੱਚ ਚਰਚਾ ਇਹ ਆ ਵੀ ਜਿਹੜੇ ਟੋਲ ਪਲਾਜ਼ਾ ਬੰਦ ਕਰਵਾਏ ਆ ਕਿਸਾਨਾਂ ਨੇ ਬੰਦ ਕੀਤੇ ਆ ਉਹਦਾ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਸਰਕਾਰ ਨੇ ਪੂਰੇ ਲੋਕਾਂ ਦੇ ਉੱਤੇ ਜਿਹੜੇ ਹੈਗੇ ਆ ਇਹ ਬੋਝ ਪਾਇਆ ਮਹਿੰਗਾਈ ਦਾ। ਕਿਵੇਂ ਦੇਖਦੇ ਇਸ ਨੂੰ ਕਿ ਲੋਕ ਜਾਗਰੂਕ ਹੋਇਆ ਕਿ ਉਹੀ ਸ਼ਰਾਬ ਦੀਆਂ ਬੋਤਲਾਂ ਦੇ ਪਿੱਛੇ ਜਾ ਕੇ ਵੋਟਾਂ ਪੈਣਗੀਆਂ, ਆਟਾ ਦਾਲ ਪਿੱਛੇ ਵੋਟਾਂ ਪੈਣਗੀਆਂ। ਕਿਤੇ ਐ ਨਾ ਹੋਵੇ ਉੱਧਰ ਤੁਸੀਂ ਕਾਨੂੰਨ ਰੱਦ ਕਰਾਈ ਜਾਓ, ਪੰਜਾਬ 'ਚ ਕੋਈ ਇਹੋ ਜਿਹੀ ਪਾਰਟੀ ਆਵੇ ਤੁਹਾਡੇ ਗਰਦਨ ਤੇ ਫਿਰ ਗੋਡਾ ਰੱਖ ਕੇ ਫਿਰ ਕਦੇ ਵੀ ਆ ਜਾਓ ਹੁਣ ਇੱਧਰ ਨੂੰ। ਤੁਸੀਂ ਦੇਖ ਸਕਦੇ ਹੋ ਜਿਹੜੇ ਰਾਜੇ ਵਰਗੇ ਲੀਡਰ ਕਹਿੰਦੇ ਸੀ ਕਿ ਸਾਨੂੰ ਕੋਈ ਹਿਲਾਉਣ ਵਾਲੇ ਤਾਕਤ ਨਹੀਂ ਜੰਮੀ, ਉਸ ਸੱਚੇ ਪਾਤਸ਼ਾਹ ਨੇ ਤਖਤਾ ਪਲਟ ਕੀਤਾ। ਜੋ ਕੱਲ ਤੱਕ ਨੌਕਰੀਆਂ ਦੇ ਰਿਹਾ ਸੀ ਅੱਜ ਖੁਦ ਬੇਰੁਜ਼ਗਾਰ ਘਰੇ ਬੈਠਾ ਹੈ। ਮੈਂ ਤੋਮਰ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਭਾਈ ਸਾਨੂੰ ਬੁਲਾਵਾ ਭੇਜੋ, ਅਸੀਂ ਗੱਲਬਾਤ ਨਹੀਂ ਕਰਨੀ ਚਾਹੁੰਦੇ। ਇੱਕ ਚੜ ਜਾਂਦਾ ਦੂਆ ਉਤਰ ਜਾਂਦਾ, ਦੂਆ ਚੜ ਜਾਂਦਾ ਦੂਆ ਕਰਦੇ ਦੋ ਹੀ ਕੁਛ ਕੌਣ ਚੜਾਉਂਦਾ ਏ? ਅਸੀਂ ਲੋਕ ਚੜਾਉਂਦੇ, ਗਲਤੀਆਂ ਸਾਡੀਆਂ, ਜ਼ਿੰਮੇਵਾਰ ਕਿਹਦੀ ਆ? ਸਾਡੀ ਉਹ ਜ਼ਿੰਮੇਵਾਰੀ ਹੈ। ਇਹਨੂੰ ਤਾਰਨਾ ਲਾਉਣਾ ਹੁਣ ਨਹੀਂ, ਅੱਗੇ ਵਾਸਤੇ ਦੇਖੋ ਚੰਗਾ ਬੰਦਾ ਚੁਣੋ, ਚੰਗੀ ਸਰਕਾਰ। ਕਹਿੰਦੇ ਇੱਕ ਬੰਦੇ ਦੇ ਖਾਤੇ 'ਚ ਆ ਗਿਆ, ਪਤਾ ਨਹੀਂ ਕਿਤੇ ਬੈਂਕ ਵਾਲੇ ਨੇ ਗਲਤੀ ਨਾਲ ਪਾਤਾ, ਉਹ ਕਹਿੰਦਾ ਮੈਨੂੰ ਤਾਂ ਮੋਦੀ ਨੇ ਦਿੱਤਾ, ਮੈਂ ਨਹੀਂ ਮੋੜਨਾ। ਉਹ ਤੇ ਫਿਰ ਵਿਚਾਰੇ ਤੇ ਵਾਪਸ ਲੈ ਲੈ। ਬੀਜੇਪੀ ਚੋਣਾਂ ਦੇ ਨਜ਼ਦੀਕ ਜਾ ਕੇ ਐਲਾਨ ਕਰ ਸਕਦੀ ਹੈ ਕਿ ਕਾਨੂੰਨ ਮਾਫ ਆ, ਤੁਸੀਂ ਸਾਡੀ ਸਰਕਾਰ ਬਣਾਓ, ਅਸੀਂ ਹੋਰ ਵੀ ਬਹੁਤ ਕੁਝ ਦੇਵਾਂਗੇ, ਨੌਕਰੀਆਂ ਵੀ ਦੇ ਸਕਦੇ, ਸ਼ਹੀਦ ਕਿਸਾਨਾਂ ਨੂੰ ਪੈਸੇ ਵੀ ਦੇ ਸਕਦੇ ਆ। ਅਜਿਹੇ ਵਿੱਚ ਫਿਰ ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ ਬੀਜੇਪੀ ਦੀ ਸਰਕਾਰ ਬਣਾਉਣ ਬਾਰੇ ਸੋਚ ਸਕਦੇ ਆ। ਕਿਵੇਂ ਦੇਖਦੇ? ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ 1 ਸਾਲ ਦਾ ਸਮਾਂ ਹੋ ਚੁੱਕਾ ਹੈ ਤੇ ਇਹਨਾਂ ਕਾਨੂੰਨਾਂ ਦੇ ਖਿਲਾਫ ਲੜਾਈ ਲੜਦੇ ਕਿਸਾਨਾਂ ਨੂੰ ਵੀ 1 ਸਾਲ ਦਾ ਸਮਾਂ ਹੋ ਚੁੱਕਾ ਹੈ। ਪਿਛਲੇ ਸਾਲ ਇਸੇ ਦਿਨ ਭਾਰਤ ਬੰਦ ਕੀਤਾ ਗਿਆ ਸੀ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਤੇ 1 ਸਾਲ ਤੋਂ ਬਾਅਦ ਅੱਜ ਫਿਰ ਭਾਰਤ ਬੰਦ ਕੀਤਾ ਗਿਆ ਕਿਸਾਨਾਂ ਦੇ ਵੱਲੋਂ। ਤਸਵੀਰਾਂ ਦਿਖਾ ਰਹੇ ਹਾਂ, ਰੋਪੜ ਨੈਸ਼ਨਲ ਹਾਈਵੇ 205 ਦੀਆਂ ਸੋਲਖੀਆਂ ਟੋਲ ਪਲਾਜ਼ਾ ਦੇ ਉੱਤੇ ਜਾਮ ਲਗਾਇਆ ਗਿਆ ਹੈ। ਕਾਫੀ ਸੜਕੀ ਆਵਾਜਾਈ ਜਾਮ ਕੀਤੀ ਗਈ ਹੈ। ਇਸੇ ਤਰ੍ਹਾਂ ਰੋਪੜ ਦੇ ਵਿੱਚ ਰੇਲ ਆਵਾਜਾਈ ਕਿਸਾਨਾਂ ਦੇ ਵੱਲੋਂ ਬੰਦ ਕੀਤੀ ਗਈ ਆ। ਸੋ ਗੱਲ ਕਰ ਲੈਂਦੇ ਆ ਕਿਸਾਨਾਂ ਦੇ ਨਾਲ ਕਿ ਇਸ ਕਿਸਾਨੀ ਸੰਘਰਸ਼ ਦੇ ਦੌਰਾਨ ਕਿਸਾਨਾਂ ਨੇ ਕੀ ਕੁਝ ਖੱਟਿਆ, ਕੀ ਕੁਝ ਗਵਾਇਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਪਰਵਿੰਦਰ ਸਿੰਘ ਅਲੀਪੁਰ, ਜ਼ਿਲ੍ਹਾ ਪ੍ਰਧਾਨ BKU ਚੜੋਨੀ ਪੰਜਾਬ। ਪਰਵਿੰਦਰ ਜੀ, 1 ਸਾਲ ਹੋ ਗਿਆ ਖੇਤੀ ਕਾਨੂੰਨ ਲਾਗੂ ਕੀਤੇ। ਕਿਸਾਨ ਜਿਹੜੇ ਪਹਿਲਾਂ 2 ਮਹੀਨੇ ਪੰਜਾਬ ਦੇ ਵਿੱਚ ਸੰਘਰਸ਼ ਕਰਦੇ ਰਹੇ ਤੇ ਹੁਣ 9 ਮਹੀਨੇ ਤੋਂ ਵੱਧ ਹੋ ਗਿਆ ਸਮਾਂ ਦਿੱਲੀ ਦੇ ਵਿੱਚ ਬੈਠੇ ਨੇ। ਜੇ ਦੇਖਿਆ ਜਾਵੇ ਤਾਂ 1 ਸਾਲ ਦੇ ਵਿੱਚ ਕਿਸਾਨਾਂ ਨੇ ਇਸ ਸੰਘਰਸ਼ ਦੇ ਦੌਰਾਨ ਕੀ ਕੁਝ ਖੱਟਿਆ, ਕੀ ਗਵਾਇਆ? ਜੀ ਸਭ ਤੋਂ ਪਹਿਲੇ ਦੱਸਣਾ ਚਾਹਾਂਗਾ ਕਿ ਖੱਟਿਆ ਅਗਰ ਹੈ ਤਾਂ ਕੁਛ ਆਵਾਮ ਦੀ ਆਪਸੀ ਭਾਈਚਾਰਕ, ਆਪਸੀ ਤਾਲਮੇਲ, ਆਵਾਮ ਜੋ ਆਪ ਮੁਹਾਰੇ ਘਰਾਂ ਤੋਂ ਵਿੱਚੋਂ ਨਿਕਲਿਆ ਇਹਨਾਂ ਲੀਡਰਾਂ ਨੂੰ ਕੁਐਸਚਨ ਕਰਨ ਲੱਗਿਆ, ਕਿਉਂਕਿ 70 ਸਾਲਾਂ ਤੋਂ ਇਹ ਲੀਡਰ ਸਾਨੂੰ ਬੇਵਕੂਫ ਬਣਾ ਰਹੇ ਸੀ, ਬਾਰੋ ਬਾਰੀ ਸਾਨੂੰ ਲੁੱਟ ਰਹੇ ਸੀ। ਕਿਸੇ ਨੇ ਇਹਨਾਂ ਨੂੰ ਪੁੱਛਣ ਦੀ ਹਿੰਮਤ ਨਹੀਂ ਕੀਤੀ। ਪਰ ਜੋ ਅੱਜ ਦਾ ਸਮਾਂ ਹੈ ਇਹ ਉਲਟਾ ਹੋ ਗਿਆ। ਇਹਨਾਂ ਲੀਡਰਾਂ ਨੂੰ ਕੁਐਸਚਨ ਪੁੱਛਣ ਲੱਗੇ ਨੇ ਆਵਾਮ। ਅਗਰ ਕਹੀਏ ਕਿ ਇਸ ਦੌਰਾਨ ਸਾਨੂੰ ਘਾਟਾ ਕੀ ਪਿਆ, ਬਹੁਤ ਵੱਡਾ ਘਾਟਾ ਪਿਆ। 700 ਤੋਂ ਵੱਧ ਸਾਡੇ ਭਰਾ ਜੋ ਸੀਗੇ ਸ਼ਹੀਦ ਹੋਏ ਨੇ, ਉਹਨਾਂ ਦਾ ਘਾਟਾ ਸਾਨੂੰ ਸਾਰੀ ਉਮਰ ਨਹੀਂ ਪੂਰਾ ਹੋਏਗਾ, ਕਿਉਂਕਿ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਸੀ, ਭੈਣਾਂ ਦੇ ਭਰਾ ਸੀਗੇ। ਸੋ ਅਗਰ ਉਹ ਘਾਟਾ ਪਿਆ, ਉਸ ਦੌਰਾਨ ਇਹਨਾਂ ਲੀਡਰਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਤੁਸੀਂ ਦੇਖ ਸਕਦੇ ਹੋ ਜਿਹੜੇ ਰਾਜੇ ਵਰਗੇ ਲੀਡਰ ਕਹਿੰਦੇ ਸੀ ਕਿ ਸਾਨੂੰ ਕੋਈ ਹਿਲਾਉਣ ਵਾਲੇ ਤਾਕਤ ਨਹੀਂ ਜੰਮੀ, ਉਸ ਸੱਚੇ ਪਾਤਸ਼ਾਹ ਨੇ ਤਖਤਾ ਪਲਟ ਕੀਤਾ। ਜੋ ਕੱਲ ਤੱਕ ਨੌਕਰੀਆਂ ਦੇ ਰਿਹਾ ਸੀ ਅੱਜ ਖੁਦ ਬੇਰੁਜ਼ਗਾਰ ਘਰੇ ਬੈਠਾ ਹੈ। ਕੇਂਦਰ ਸਰਕਾਰ ਇਸ ਨੂੰ ਲੈ ਕੇ ਹਲੇ ਤੱਕ ਕੋਈ ਗੱਲਬਾਤ ਨਹੀਂ ਸਾਹਮਣੇ ਆ ਰਹੀ ਕਿ ਵੀ ਗੱਲਬਾਤ ਦੁਬਾਰਾ ਕੀਤੀ ਜਾਵੇ। ਪਹਿਲਾਂ ਗੱਲਬਾਤ ਜਿੰਨੀਆਂ ਬੇਸਿੱਟਾ ਰਹੀਆਂ ਤੇ ਹੁਣ ਕੇਂਦਰ ਸਰਕਾਰ ਦੱਸ ਤੋਂ ਮਸ ਨਹੀਂ ਹੋ ਰਹੀ। ਕੀ ਲੱਗਦਾ ਕਿ ਇਹ ਸੰਘਰਸ਼ ਹੋਰ ਲੰਬਾ ਚੱਲੇਗਾ? ਜੀ ਬਿਲਕੁਲ, ਇਹ ਤਾਂ ਤੁਹਾਨੂੰ ਆਪ ਮੁਹਾਰੇ ਅਸੀਂ ਦੱਸਤਾ ਪਹਿਲੇ ਹੀ ਸਟਾਰਟਿੰਗ 'ਚ ਕਿ ਇਹ ਸੰਘਰਸ਼ ਬਹੁਤ ਲੰਬਾ ਚੱਲੂਗਾ, ਕਿਉਂਕਿ ਪੂਰੇ ਵਰਲਡ 'ਚ ਨਾ ਐਵੇਂ ਦਾ ਸੰਘਰਸ਼ ਕੋਈ ਚੱਲਿਆ ਤੇ ਨਾ ਇੰਨਾ ਸ਼ਾਂਤੀਪੂਰਵਕ ਇੰਨੇ ਧਰਮਾਂ ਵੱਲੋਂ ਜਾਂ ਲੋਕਾਂ ਵੱਲੋਂ ਇਕਮੁੱਠ ਹੋ ਕੇ ਕਦੀ ਕੋਈ ਸੰਘਰਸ਼ ਨਹੀਂ ਲੜਿਆ ਗਿਆ। ਅਗਰ ਤੁਹਾਨੂੰ ਕਹਾਂ ਚੰਦ ਦਿਨਾਂ ਦੇ ਵਿੱਚ ਕਾਲ ਜ਼ਰੂਰ ਆਏਗੀ ਬੀਜੇਪੀ ਵੱਲੋਂ, ਸੈਂਟਰ ਸਰਕਾਰ ਵੱਲੋਂ, ਕਿਉਂਕਿ ਜੋ ਮੋਦੀ ਦਾ ਅਮਰੀਕਾ ਦੇ ਵਿੱਚ ਵਿਰੋਧ ਹੋਇਆ, ਤੁਸੀਂ ਮੋਦੀ ਸਾਹਿਬ ਦੀ ਸਪੀਚ ਤੋਂ ਭਲੀ ਭਾਂਤ ਜਾਣ ਸਕਦੇ ਹੋ। ਉਹਨਾਂ ਦੇ ਅੰਦਰ ਡਰ ਸੀ, ਸਹਿਮ ਸੀ। ਜਦੋਂ ਸਪੀਚ ਦੇ ਰਹੇ ਸੀ ਉਹਨਾਂ ਨੂੰ ਅਹਿਸਾਸ ਨਹੀਂ ਸੀ ਕਿ ਇਸ ਕਦਰ
ਮੇਰਾ ਇੱਥੇ ਵਿਰੋਧ ਹੋਵੇਗਾ। ਮੋਦੀ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਨੇ। ਕਾਰਪੋਰੇਟ ਘਰਾਣਿਆਂ ਨੂੰ ਪਤਾ ਚੱਲ ਚੁੱਕਿਆ ਹੈ ਕਿ ਅੱਜ ਦਾ ਆਵਾਮ ਸੀ ਜੋ ਜਾਗ ਚੁੱਕਿਆ ਹੈ। ਇਸ ਆਵਾਮ ਨੂੰ ਜਗਾਉਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੈ। ਉੱਥੇ ਹੀ ਗੋਦੀ ਮੀਡੀਆ ਨੇ ਇਸ ਕਿਸਾਨੀ ਸੰਘਰਸ਼ ਨੂੰ ਗਲਤ ਤਰੀਕੇ ਨਾਲ ਵੀ ਬਹੁਤ ਦਿਖਾਇਆ, ਪਰ ਇਸ ਟਾਈਮ ਗੋਦੀ ਮੀਡੀਆ ਨੇ ਜਿਨ੍ਹਾਂ ਜ਼ੋਰ ਲਾਣਾ ਸੀ ਲਾ ਚੁੱਕੇ हैं। ਪਰ ਬੀਜੇਪੀ ਸਰਕਾਰ ਦੀਆਂ ਜੜ੍ਹਾਂ ਹਿੱਲ ਚੁੱਕੀਆਂ। ਚੰਦ ਕੁ ਦਿਨਾਂ ਦੇ ਵਿੱਚ ਤੁਹਾਨੂੰ ਚੰਗੀ ਖਬਰ ਸੁਣਨੇ 'ਚ ਮਿਲੇਗੀ। ਬਿਲਕੁਲ ਜੀ, ਕੀ ਨਾਮ ਹੈ ਸਰ? ਗੁਰਨਾਮ ਸਿੰਘ ਜੱਸੜਾ, ਸੂਬਾ ਬੁਲਾਰਾ, ਭਾਰਤੀ ਕਿਸਾਨ ਖੋਸਾ। ਜਿਸ ਤਰ੍ਹਾਂ ਜੀ 1 ਸਾਲ ਹੋ ਗਿਆ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੰਗ ਲੜਦੇ ਹੋਏ, ਹਲੇ ਵੀ ਬੀਜੇਪੀ ਦੇ ਜਿਹੜੇ ਲੀਡਰ ਆ ਉਹ ਕਿਸਾਨਾਂ ਦੇ ਖਿਲਾਫ ਅਜਿਹੇ ਬਿਆਨ ਦਿੰਦੇ ਆ ਕਿ ਮਾਹੌਲ ਖਰਾਬ ਹੋਵੇ ਪੰਜਾਬ ਦਾ। ਕਿਵੇਂ ਦੇਖਦੇ ਹੋ? ਦੇਖੋ, ਜਿਹੜੀ ਇਹ ਸਰਕਾਰ ਹੈ ਕੇਂਦਰ ਦੀ, ਇਹਨਾਂ ਬਹੁਤ ਹੋਛੇ ਹੱਥਕੰਡੇ ਅਪਣਾ ਕੇ ਦੇਖ ਲਏ, ਪਰ ਕਿਸੇ ਨੇ ਇਹਨਾਂ ਦੀ ਇੱਕ ਨਹੀਂ ਚੱਲਣ ਦਿੱਤੀ। ਹੁਣ ਜਿਹੜਾ ਅੱਜ ਭਾਰਤ ਬੰਦ ਕੀਤਾ ਇਹ ਪੂਰਾ ਕਾਮਯਾਬ ਰਿਹਾ। ਇਹ ਤੋਂ ਬੁਖਲਾ ਕੇ ਤੋਮਰ ਨੇ ਰਾਤ ਬਿਆਨ ਦਿੱਤਾ ਹੈ ਕਿ ਕਿਸਾਨ ਅਗਰ ਚਾਹੁਣ ਤਾਂ ਗੱਲਬਾਤ ਕਰਨ, ਅਸੀਂ ਜਿੱਥੇ ਵੀ ਕੋਈ ਦਿੱਕਤ ਆ ਦੂਰ ਕਰਨ ਨੂੰ ਤਿਆਰ ਹਾਂ। ਤੁਹਾਡੇ ਚੈਨਲ ਰਾਹੀਂ ਮੈਂ ਤੋਮਰ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਭਾਈ ਸਾਨੂੰ ਬੁਲਾਵਾ ਭੇਜੋ, ਅਸੀਂ ਗੱਲਬਾਤ ਨਹੀਂ ਕਰਨੀ ਚਾਹੁੰਦੇ। ਅਸੀਂ ਤਾਂ ਜਿਹੜੇ ਸਾਰੇ ਕਾਲੇ ਕਾਨੂੰਨ ਆ ਉਹ ਵਾਪਸ ਕਰਵਾਉਣੇ ਨੇ, ਰੱਦ ਕਰਵਾਉਣੇ ਨੇ। ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ, ਰਾਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਬੰਦ ਦਾ ਸਮਰਥਨ ਕੀਤਾ। ਮੈਂ ਸੀਐਮ ਸਾਹਿਬ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਸੀਐਮ ਸਾਹਿਬ ਗੱਲਾਂ ਬਾਤਾਂ ਨਾਲ ਸਮਰਥਨ ਨਾ ਕਰੋ, ਸਾਡੇ ਕਰਜ਼ੇ ਤੇ ਲਕੀਰ ਮਾਰੋ। ਜੋ ਸਾਡੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਮੁਆਵਜ਼ਾ ਦਿਓ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿਓ। ਇਸ ਤੋਂ ਇਲਾਵਾ ਜਿਹੜੀ ਸਮਾਜਿਕ ਤੌਰ ਤੇ ਸਾਨੂੰ ਸਹੂਲਤ ਚਾਹੀਦੀ ਹੈ, ਜਿਹੜੀ ਆਰਥਿਕ ਤੌਰ ਤੇ ਸਾਡੀ ਆਰਥਿਕਤਾ ਤਬਾਹ ਹੋ ਗਈ, ਉਹ ਵੀ ਸਾਨੂੰ ਦਿੱਤੀ ਜਾਵੇ। ਸਾਡੇ ਬੱਚੇ ਆਮਦਨ ਮੁਤਾਬਕ ਇਹੋ ਜਿਹੇ ਸਕੂਲ ਵਿੱਚ ਨਹੀਂ ਪੜ੍ਹ ਸਕਦੇ ਜਿਹਦੇ ਨਾਲ ਉਹ ਅੱਜ ਦੇ ਸਮੇਂ ਦੇ ਜਿਹੜੇ ਪੇਪਰ ਵਗੈਰਾ ਹੁੰਦੇ ਆ ਉਹਦੇ ਵਿੱਚ ਬੈਠ ਸਕਣ। ਉਹ ਸਾਡੀ ਆਰਥਿਕਤਾ ਨੂੰ ਹੁਲਾਰਾ ਦਿਓ। ਇਹੋ ਜਿਹੀਆਂ ਸਹੂਲਤਾਂ ਜੋ ਗਰਾਊਂਡ ਲੈਵਲ ਤੇ ਸਾਨੂੰ ਚਾਹੀਦੀਆਂ ਉਹ ਸਾਨੂੰ ਦਿਓ। ਗੱਲਾਂ ਬਾਤਾਂ ਨਾਲ ਸਾਨੂੰ ਪਹਿਲਾਂ ਤੁਸੀਂ ਪਰਚਾਉਂਦੇ ਰਹੇ, ਹੁਣ ਅਸੀਂ ਪਰਚਣ ਵਾਲੇ ਨਹੀਂ। ਇਸੇ ਤਰ੍ਹਾਂ ਜਿਹੜੇ ਕਾਲੇ ਕਾਨੂੰਨ ਆ ਇਹਦੇ ਸੰਬੰਧ ਵਿੱਚ ਵੀ ਅਸੀਂ ਇਕਮੁੱਠ ਹਾਂ। ਉਸ ਦਿਨ ਦੂਰ ਨਹੀਂ ਜਦੋਂ ਅਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਪੰਜਾਬ ਵਿੱਚ ਖੁਸ਼ੀਆਂ ਨਾਲ ਪਹੁੰਚਾਂਗੇ ਜੀ। ਬਿਲਕੁਲ, ਕੀ ਨਾਮ ਹੈ ਜੀ? ਜਗਮਨਦੀਪ ਸਿੰਘ ਜੀ, ਕਿਰਤੀ ਕਿਸਾਨ ਮੋਰਚਾ ਰੋਪੜ। ਜਗਮਨਦੀਪ ਸਿੰਘ, ਕਿਵੇਂ ਦੇਖਦੇ ਹੋ ਇਸ ਕਿਸਾਨੀ ਸੰਘਰਸ਼ ਤੋਂ ਬਾਅਦ ਸਿਆਸਤ ਦੇ ਵਿੱਚ ਕੀ ਬਦਲਾਅ ਹੋਇਆ, ਰਾਜਨੀਤੀ ਦੇ ਵਿੱਚ ਕੀ ਬਦਲਾਅ ਦੇਖਣ ਨੂੰ ਮਿਲਿਆ? ਦੇਖੋ, ਜਦੋਂ ਵੀ ਕੋਈ ਲਹਿਰ ਉੱਠਦੀ ਆ ਤਾਂ ਉਹਦੇ ਵਿੱਚ ਇੱਕ ਵੱਡਾ ਲੋਕਾਂ ਦੇ ਵਿੱਚ ਜਾਗ੍ਰਿਤੀ ਆਉਂਦੀ ਆ, ਤੇ ਇਸ ਅੰਦੋਲਨ ਦੌਰਾਨ ਵੀ ਆਈ ਆ। ਪੰਜਾਬ ਤੋਂ ਅੰਦੋਲਨ ਫੈਲਦਾ, ਹਰਿਆਣਾ, ਯੂਪੀ, ਰਾਜਸਥਾਨ ਅੱਗੇ ਵੀ ਫੈਲ ਰਿਹਾ। ਅੱਜ ਦੇਖੋ ਪੂਰਾ ਭਾਰਤ ਬੰਦ ਹੈ, ਟ੍ਰੇਨਾਂ ਬੰਦ ਨੇ, ਸਰਕਾਰੀ ਦਫ਼ਤਰ ਬੰਦ ਆ, ਅਸੀਂ ਬੈਂਕ ਵੀ ਬੰਦ ਕਰਾਏ ਨੇ ਇੱਥੇ। ਤੇ ਜਿਹੜੀ ਗੱਲ ਸਿਆਸਤ ਦੀ ਹੈ, ਸਿਆਸਤ ਦੇ ਵਿੱਚ ਬਦਲਾਅ ਆਉਂਦਾ ਹੈ। ਇੱਕ ਚੱਲਦਾ ਸੀਐਮ ਬਦਲਿਆ, ਕਾਂਗਰਸ ਪਾਰਟੀ ਨੇ ਬਦਲਣਾ ਪਿਆ। ਅੱਜ ਹਰ ਇੱਕ ਪਾਰਟੀ ਕਿਸਾਨ ਮਜ਼ਦੂਰ ਹਿਤੈਸ਼ੀ ਬਣੀ ਹੋਈ ਆ ਕਿ ਅਸੀਂ ਕਿਸਾਨ ਹਮਦਰਦੀ ਹਾਂ। ਪਰ ਜਿਵੇਂ ਜਸਰਾ ਸਾਹਿਬ ਨੇ ਵੀ ਗੱਲ ਕਹੀ ਹੈ ਵੀ ਕਹਿਣ ਨਾਲ ਨਹੀਂ ਹੁੰਦਾ, ਤੁਹਾਨੂੰ ਕਰਕੇ ਦਿਖਾਉਣਾ ਪੈਂਦਾ ਕਿ ਤੁਸੀਂ ਕਿਸਾਨ ਹਿਤੈਸ਼ੀ ਹੋ, ਮਜ਼ਦੂਰ ਹਿਤੈਸ਼ੀ ਹੋ। ਮੈਂ ਮੋਦੀ ਸਰਕਾਰ ਦੀ ਗੱਲ ਇੱਕ ਤੁਹਾਨੂੰ ਦੱਸਣਾ ਚਾਹੁੰਦਾ। ਅੱਜ ਮੌਜੂਦਾ ਦੌਰ ਦੇ ਵਿੱਚ ਭਾਰਤ ਦੇਸ਼ ਦੇ ਕਿਸਾਨ 16.8 ਲੱਖ ਕਰੋੜ ਦੇ ਕਰਜ਼ਈ ਹੈ। ਕੋਈ ਵੀ ਜਿਹੜਾ ਹੈਗਾ, ਕੋਈ ਵੀ ਕਿਸੇ ਕਿਸਾਨ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ। ਜੇ ਉਹ ਚਾਹਣ ਸਰਕਾਰ ਵਾਕਈ ਕਿਸਾਨ ਹਿਤੈਸ਼ੀ ਹੋਵੇ ਤਾਂ ਕਰਜ਼ੇ ਤੇ ਲਕੀਰ ਫੇਰੀ ਜਾ ਸਕਦੀ ਆ। ਇੱਕ ਪਾਸੇ ਬੜੇ ਬੜੇ ਕਾਰਪੋਰੇਟ ਘਰਾਣਿਆਂ ਦੇ, ਅਡਾਨੀਆਂ ਦੇ, ਹੋਰ ਕਾਰਪੋਰੇਟ ਘਰਾਣਿਆਂ ਦੇ ਕਰਜ਼ਿਆਂ ਦੇ ਲੀਕਾਂ ਫੇਰੀਆਂ ਗਈਆਂ। ਵਿਜੇ ਮਾਲਿਆ ਭੱਜ ਗਿਆ, ਬੜੇ ਜਿਹੜੇ ਭੱਜ ਗਏ ਆ ਪੈਸੇ ਲੈ ਕੇ। ਪਰ ਜਿਹੜੇ ਕਿਸਾਨ ਆ ਉਹਨਾਂ ਦਾ 1 ਰੁਪਈਆ ਤੱਕ ਨਹੀਂ ਮਾਫ ਕੀਤਾ ਗਿਆ। ਤੋ ਜਿਹੜਾ ਪਾਰਟੀਆਂ ਦਾ ਕਿਰਦਾਰ ਆ ਉਹ ਲੋਕਾਂ ਸਾਹਮਣੇ ਚਿਹਰਾ ਜਿਹੜਾ ਨੰਗਾ ਹੋ ਗਿਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਪੰਜਾਬ ਵਿੱਚੋਂ ਲੀਡਰਾਂ ਨੂੰ ਭਜਾ ਰਹੇ ਆ ਲੋਕ, ਐਵੇਂ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਵੀ ਭਜਾਉਣਗੇ। ਪੰਜਾਬ ਦੀ ਗੱਲ ਕੀਤੀ, ਕਰਜ਼ੇ ਦੀ ਗੱਲ ਕੀਤੀ ਹੈ ਤਾਂ ਕੈਪਟਨ ਸਾਹਿਬ ਕਹਿੰਦੇ ਕਰਜ਼ੇ ਤਾਂ ਅਸੀਂ ਕਿਸਾਨਾਂ ਦੇ ਮਾਫ ਕਰ ਦਿੱਤੇ ਆ। ਇਹ ਜਿਹੜੀ ਆ ਉਹਨਾਂ ਨੂੰ ਕਹੋ ਵੀ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਰਿਐਲਿਟੀ ਚੈੱਕ ਕਰੋ। ਕਾਂਗਰਸ ਦੇ ਖੁਦ ਦੇ ਲੀਡਰ ਜਿਹੜੇ ਆ ਉਹ ਕੈਪਟਨ ਸਾਹਿਬ ਦਾ ਵਿਰੋਧ ਕਰਦੇ ਸੀਗੇ। ਅੱਜ ਕੈਪਟਨ ਨੂੰ ਜਿਹੜਾ ਮੁੱਖ ਮੰਤਰੀ ਤੋਂ ਲਾਇਆ ਗਿਆ। ਸਾਡੇ ਰੋਪੜ ਦੇ ਵਿੱਚ ਕਿੰਨੇ ਜਿਹੜੇ ਕਿਸਾਨ ਆ ਕਰਜ਼ੇ ਦੇ ਵਿੱਚ, ਸਾਡੇ ਖੁਦ ਦੇ ਪਿੰਡ ਦੇ ਵਿੱਚ ਕਿੰਨੇ ਕਿਸਾਨ ਆ ਜਿਹੜੇ ਜਿਨ੍ਹਾਂ ਦੇ ਉੱਤੇ ਕਿੰਨਾ ਕਰਜ਼ਾ, ਔਰ ਉਹਨਾਂ ਨੂੰ 1 ਰੁਪਏ ਦਾ ਚੈੱਕ ਵੀ ਨਹੀਂ ਅਜੇ ਆਇਆ। ਤੋ ਜਿਹੜੀ ਕੈਪਟਨ ਸਰਕਾਰ ਕਹਿੰਦੀ ਸੀ, ਕਾਂਗਰਸ ਸਰਕਾਰ ਕਹਿੰਦੀ ਸੀ ਅਸੀਂ ਕਰਜ਼ੇ ਤੇ ਲੀਕ ਮਾਰਾਂਗੇ, ਇਹ ਕੋਰਾ ਝੂਠ ਹੈ। ਪੰਜਾਬ ਦੇ ਵਿੱਚ ਹਰ ਰੋਜ਼ ਜਿਹੜੇ ਆ 3 ਤੋਂ 4 ਕਿਸਾਨ ਖੁਦਕੁਸ਼ੀਆਂ ਕਰ ਰਹੇ ਸੀ। ਸਿਰਫ ਇਸ ਅੰਦੋਲਨ ਦੇ ਕਰਕੇ ਜਿਹੜਾ ਉਹ ਫਰਕ ਪਿਆ। ਹੁਣ ਉਹ ਧਰਨਿਆਂ ਦੇ ਵਿੱਚ ਸ਼ਹੀਦ ਹੋ ਰਹੇ ਆ। ਤੇ ਇੱਕ ਗੱਲ ਹੋਰ, ਜਿਹੜਾ ਲਗਾਤਾਰ ਮਹਿੰਗਾਈ ਵੱਧ ਰਹੀ ਆ, ਜਦੋਂ ਦੇ ਜਿਹੜੇ ਹੈਗੇ ਆ ਧਰਨੇ ਲਗਾ ਕੇ ਬੈਠੇ ਆ ਕਿਸਾਨ, ਉਦੋਂ ਤੋਂ ਬਾਅਦ ਡੀਜ਼ਲ, ਪੈਟਰੋਲ, ਸਰੋਂ ਦਾ ਤੇਲ, LPG ਗੈਸ ਲਗਾਤਾਰ ਵੱਧ ਰਹੀ ਆ।
ਲੋਕਾਂ ਦੇ ਵਿੱਚ ਚਰਚਾ ਇਹ ਆ ਵੀ ਜਿਹੜੇ ਟੋਲ ਪਲਾਜ਼ਾ ਬੰਦ ਕਰਵਾਏ ਆ ਕਿਸਾਨਾਂ ਨੇ ਬੰਦ ਕੀਤੇ ਆ, ਉਹਦਾ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਸਰਕਾਰ ਨੇ ਪੂਰੇ ਲੋਕਾਂ ਦੇ ਉੱਤੇ ਜਿਹੜੇ ਹੈਗੇ ਆ ਇਹ ਬੋਝ ਪਾਇਆ ਮਹਿੰਗਾਈ ਦਾ। ਕਿਵੇਂ ਦੇਖਦੇ ਇਸ ਨੂੰ? ਬਿਲਕੁਲ ਬਿਲਕੁਲ, ਜਿਹੜਾ ਸਰਕਾਰ ਆ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਨੁਮਾਇੰਦਗੀ ਕਰਦੀ ਆ ਉਹਦਾ ਇਹ ਬੜਾ ਹੈਗਾ। ਅਗਰ ਇੱਕ ਪਾਸੇ ਉਹਨੂੰ ਨੁਕਸਾਨ ਹੋ ਰਿਹਾ ਤਾਂ ਦੂਜੇ ਪਾਸੇ ਉਹਦੀ ਭਰਪਾਈ ਕਰ ਲਿੱਤੀ ਜਾਂਦੀ ਆ। ਹੁਣ ਜਦੋਂ ਇੰਡੀਅਨ ਜਿਹੜਾ ਪੈਟਰੋਲੀਅਮ ਆ ਉਹ ਜਿਹੜੀ ਸਰਕਾਰੀ ਜਿਹੜੀ ਏਜੰਸੀ ਆ, ਜਦੋਂ ਵਿਭਾਗ ਆ ਉਹ ਪ੍ਰਾਈਵੇਟ ਕੀਤਾ ਗਿਆ, ਅੰਬਾਨੀ ਅਡਾਨੀ ਨੂੰ ਸੌਂਪਿਆ ਗਿਆ, ਤਾਂ ਸਰਕਾਰ ਨੇ ਇਹ ਕਿਹਾ ਸੀ ਕਿ ਲੋਕਾਂ ਨੂੰ ਸਸਤਾ ਤੇਲ ਮਿਲੂਗਾ, ਸਸਤਾ ਪੈਟਰੋਲ ਡੀਜ਼ਲ ਮਿਲੂਗਾ। ਅੱਜ ਕੱਚੇ ਤੇਲ ਦੀਆਂ ਕੀਮਤਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਘੱਟ ਨੇ, 60% ਟੈਕਸ ਲਾ ਕੇ 100 ਰੁਪਏ ਤੋਂ ਵੱਧ ਜਿਹੜਾ ਮਹਿੰਗਾ ਪੈਟਰੋਲ ਲੋਕਾਂ ਨੂੰ ਦਿੱਤਾ ਜਾ ਰਿਹਾ। ਉਸ ਤੋਂ ਇਲਾਵਾ ਜਿਹੜਾ ਹੈਗਾ ਖਾਦ ਪਦਾਰਥਾਂ ਤੇਲ ਹੈ, ਬਾਬਾ ਰਾਮਦੇਵ ਨੇ ਸਾਰੀ ਸਰੋਂ ਆ ਜਿਹੜੀ ਹਰਿਆਣਾ ਰਾਜਸਥਾਨ ਪੰਜਾਬ ਦੀ ਉਹ ਸਸਤੀ ਜਮ੍ਹਾਂ ਕਰ ਲਈ, ਅਡਾਨੀ ਦੇ ਗੋਦਾਮ ਵਿੱਚ ਜਮ੍ਹਾਂ ਕਰ ਲਈ। ਹਿਮਾਚਲ ਦਾ ਸਾਰਾ ਸੇਬ ਜਮ੍ਹਾਂ ਕਰ ਲਿਆ ਅਡਾਨੀਆਂ ਨੇ। ਅੱਜ ਉਹ ਮਹਿੰਗਾ ਸੇਬ ਤੇ ਸਰੋਂ ਦਾ ਤੇਲ ਜਿਹੜਾ ਉਹ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਆ, ਜਿਹਦੇ ਖਿਲਾਫ ਜਿਹੜੇ ਕਿਸਾਨ ਆ ਉਹ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ। ਅੱਜ ਹਰ ਇੱਕ ਵਰਗ ਦੇ ਜਿਹੜਾ ਗਰੀਬ ਵਰਗ ਨੂੰ ਸੰਬੰਧ ਰੱਖਦਾ, ਰੋਟੀ ਖਾਂਦਾ, ਉਹਦੇ ਜਿਹੜੇ ਹੱਕ ਹਕੂਕ ਦੀ ਗੱਲ ਆ ਕਿਸਾਨ ਕਰ ਰਹੇ ਆ। ਤੁਸੀਂ ਜਮਾਂ ਦੀ ਗੱਲ ਕੀਤੀ ਹੈ, ਸਰਕਾਰ ਨੇ ਵੀ ਇਹੀ ਕਾਨੂੰਨ ਬਣਾਏ ਜਮਾਖੋਰੀ ਦੇ। ਇਸ ਦਾ ਮਤਲਬ ਇਹ ਸਮਝੀਏ ਕਿ ਜਿਹੜੇ ਕਾਨੂੰਨ ਲਾਗੂ ਕਰ ਦਿੱਤੇ ਕਿਸਾਨ ਨੇ ਤੇ ਉਹਦਾ ਫਾਇਦਾ ਵੀ ਜਿਹੜਾ ਜਾਣਾ ਸ਼ੁਰੂ ਹੋ ਗਿਆ ਕਾਰਪੋਰੇਟ। ਬਿਲਕੁਲ ਬਿਲਕੁਲ, ਬਹੁਤ ਸਾਰੇ ਸੂਬਿਆਂ ਵਿੱਚ ਜਿਹੜਾ ਹੈਗਾ ਇਹ ਜਿਹੜੇ ਕਾਨੂੰਨ ਉਹਨਾਂ ਨੇ ਲਾਗੂ ਕੀਤੇ ਨੇ। ਕੰਟਰੈਕਟ ਫਾਰਮਿੰਗ ਦਾ ਕਾਨੂੰਨ ਸਾਊਥ ਵਿੱਚ ਲਾਗੂ ਕੀਤਾ। ਜਿੱਥੇ ਜਿੱਥੇ ਉਹਨਾਂ ਨੇ ਪ੍ਰਾਈਵੇਟ ਖਰੀਦ ਸ਼ੁਰੂ ਕੀਤੀ ਆ, ਸਰਕਾਰੀ ਮੰਡੀਆਂ ਖਤਮ ਕੀਤੀਆਂ ਨਾ, ਯੂਪੀ ਬਿਹਾਰ ਦੇ ਵਿੱਚ ਉਹ ਸਾਰੀ ਕਣਕ ਆ ਕੇ ਅੱਜ ਪੰਜਾਬ ਹਰਿਆਣੇ ਵਿੱਚ ਵਿਕਦੀ ਆ। ਹੁਣ ਜਿਹੜੇ ਗੋਦਾਮ ਆ, ਜਦੋਂ ਉਹਨਾਂ ਨੇ ਸਪੈਸ਼ਲ ਕਮੋਡਿਟੀ ਜਿਹੜੀ ਆ ਜ਼ਰੂਰੀ ਵਸਤਾਂ ਦੇ ਭੰਡਾਰਾਂ ਨੂੰ ਖੁੱਲੀ ਛੁੱਟੀ ਦਿੱਤੀ ਆ, ਅੱਜ ਸਾਰਾ ਜਿਹੜਾ ਅਡਾਨੀ ਜਿਹੜਾ ਬੜਾ ਗੋਦਾਮ ਬਣਾ ਕੇ ਉਹ ਸਾਰੇ ਦਾਲਾਂ ਹੋ ਗਈਆਂ, ਖਾਣ ਵਾਲੀਆਂ ਚੀਜ਼ਾਂ ਹੋ ਗਈਆਂ, ਉਹ ਸਾਰਾ ਕੁਝ ਜਮ੍ਹਾਂ ਕਰ ਰਹੇ ਆ ਤੇ ਲੋਕਾਂ ਨੂੰ ਮਹਿੰਗੇ ਭਾਅ ਦਾ ਵੇਚ ਰਹੇ ਆ। ਇਸੇ ਤਰ੍ਹਾਂ ਜਿਹੜੇ ਕਿਸਾਨ ਜਿਹੜੇ ਕਹਿ ਰਹੇ ਆ, ਜਥੇਬੰਦੀਆਂ ਦੇ ਲੀਡਰ ਵੀ ਕਹਿ ਰਹੇ ਆ ਵੀ ਇਹ ਲੋਕਾਂ ਦੀ ਲੁੱਟ ਕੀਤੀ ਜਾਣੀ ਆ, ਇਹ ਬੰਦ ਹੋਣਾ ਚਾਹੀਦਾ ਤੇ ਕਾਨੂੰਨ ਰੱਦ ਹੋਣੇ ਚਾਹੀਦੇ ਆ। ਤੇ ਪੰਜਾਬ ਵਿੱਚ ਕਿਵੇਂ ਦੇਖਦੇ ਹੋ? ਸਰਕਾਰਾਂ ਜਿਹੜੀਆਂ ਹੈਗੀਆਂ ਕਿਵੇਂ ਬਦਲਾਅ ਦੇਖਦੇ? ਲੋਕਾਂ 'ਚ ਕਿੰਨਾ ਕੁ ਬਦਲਾਅ ਆਇਆ? ਸਰਕਾਰਾਂ ਚੁਣਨ ਨੂੰ ਲੈ ਕੇ ਕੋਈ ਜਾਗਰਤੀ ਆਈ ਆ? ਅੱਜ ਤੱਕ ਲੋਕ ਕਹਿੰਦੇ ਆ ਆਹ ਸਰਕਾਰ ਮਾੜੀ ਆ, ਆਹ ਸਰਕਾਰ ਮਾੜੀ ਆ। 22 ਦੀਆਂ ਚੋਣਾਂ ਫੇਰ ਆ ਰਹੀਆਂ, ਕੀ ਲੱਗਦਾ ਕੁਝ ਲੋਕ ਜਾਗਰੂਕ ਹੋਇਆ? ਇਸ ਵਾਰੀ ਕੋਈ ਵਧੀਆ ਸਰਕਾਰ ਚੁਣਨ ਦੀ ਉਮੀਦ ਰੱਖਦੇ ਹੋ? ਇਸ ਵਾਰ ਜਿਹੜਾ ਹੈਗਾ ਜਦੋਂ ਤੱਕ ਤਾਂ ਅੰਦੋਲਨ ਚੱਲ ਰਿਹਾ, ਲੋਕ ਅੰਦੋਲਨ ਨੂੰ ਪੂਰਾ ਸਮਰਪਿਤ ਨੇ, ਕਿਸਾਨ ਧਰਨਿਆਂ ਤੇ ਬੈਠੇ ਨੇ, ਪਰ ਨਾਲ ਹੀ ਨਾਲ ਜਿਹੜਾ ਇੱਕ ਤੀਜੇ ਬਦਲ ਦੀ ਇੱਕ ਲੋਕਾਂ ਦੇ ਵਿੱਚ ਤਾਂਘ ਜ਼ਰੂਰ ਉੱਠੀ ਆ ਕਿ ਉਹ ਜਥੇਬੰਦੀਆਂ ਨੂੰ ਵੀ ਇਹ ਅਪੀਲ ਕਰਦੇ ਆ ਵੀ ਜਥੇਬੰਦੀਆਂ ਕੋਈ ਰਾਹ ਦਰਸਾਵਾ ਦੇਣ। ਪਰ ਗੱਲ ਇਹ ਆ ਵੀ ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਉਦੋਂ ਤੱਕ ਜਿਹੜੀ ਆ ਜਥੇਬੰਦੀਆਂ ਨਾ ਕੋਈ ਸਿਆਸਤ ਵਿੱਚ ਆ ਸਕਦੀਆਂ, ਨਾ ਕੋਈ ਪਾਰਟੀ ਇਹਦੇ ਵਿੱਚੋਂ ਨਿਕਲਣੀ ਆ। ਪਰ ਜਿਹੜੇ ਤੀਜੇ ਬਦਲ ਦੀ ਗੱਲ ਹੈ, ਬਿਲਕੁਲ ਇਹੋ ਜਿਹੀ ਕੋਈ ਨਿਰੋਲ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੀ ਆਰਗੇਨਾਈਜੇਸ਼ਨ ਜਾਂ ਪਾਰਟੀ ਆਵੇ ਜਿਹੜੇ ਕਿਸਾਨਾਂ ਦੇ ਹੱਕ ਹਕੂਕ ਦੀ ਗੱਲ ਕਰੇ, ਆਮ ਲੋਕਾਂ ਦੇ ਹੱਕ ਹਕੂਕ ਦੀ ਗੱਲ ਕਰੇ। ਹੁਣ ਜਿਵੇਂ ਬਾਕੀ ਪਾਰਟੀਆਂ ਕਹਿੰਦੀਆਂ ਜੀ ਸਸਤੀ ਬਿਜਲੀ ਦੇਵਾਂਗੇ, ਅਕਾਲੀਆਂ ਨੇ ਬੜੇ ਸਮਝੌਤੇ ਕੀਤੇ ਆ, ਬਿਜਲੀ ਦੇ ਸਮਝੌਤੇ। ਲੀਡਰਾਂ ਨੂੰ ਵੀ ਲੋਕ ਪੁੱਛਦੇ ਨੇ ਕੀ ਤੁਸੀਂ ਇਹ ਸਮਝੌਤੇ ਰੱਦ ਕਰੋਗੇ? ਕੋਈ ਵੀ ਲੀਡਰ ਅਗਰ ਪਿੰਡ ਵਿੱਚ ਆਉਂਦਾ ਤਾਂ ਲੋਕ ਸਵਾਲ ਕਰ ਰਹੇ ਆ। ਤਾਂ ਤੀਜੇ ਬਦਲ ਦੀ ਜਿਹੜੀ ਤਾਂਘ ਆ ਲੋਕਾਂ ਵਿੱਚ ਜ਼ਰੂਰ ਹੈਗੀ ਆ, ਪਰ ਜਦੋਂ ਤੱਕ ਅੰਦੋਲਨ ਚੱਲ ਰਿਹਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਤੁਸੀਂ ਕਹਿੰਦੇ ਵਧੀਆ ਪਾਰਟੀ ਆਵੇ, ਵਧੀਆ ਪਾਰਟੀ ਕੋਈ ਉੱਪਰੋਂ ਥੋੜਾ ਉਤਰਨੀ, ਉਹ ਤਾਂ ਅਸੀਂ ਲੋਕਾਂ ਨੇ ਚੁਣਨੀ ਆ। ਕਿਵੇਂ? ਮੈਂ ਉਹੀ ਸਵਾਲ ਆ ਮੇਰਾ ਕਿ ਲੋਕ ਜਾਗਰੂਕ ਹੋਇਆ ਕਿ ਉਹੀ ਸ਼ਰਾਬ ਦੀਆਂ ਬੋਤਲਾਂ ਦੇ ਪਿੱਛੇ ਜਾ ਕੇ ਵੋਟਾਂ ਪੈਣਗੀਆਂ, ਆਟਾ ਦਾਲ ਪਿੱਛੇ ਵੋਟਾਂ ਪੈਣਗੀਆਂ? ਲੋਕ ਜਾਗਰੂਕ ਹੋਇਆ ਕਿ ਰੋਜ਼ਗਾਰ ਮੰਗਣਗੇ ਆਪਣਾ ਇਸ ਵਾਰੀ ਵੀ ਲਿਆਓ ਸਾਨੂੰ ਤਾਂ ਨੌਕਰੀ ਚਾਹੀਦੀ ਆ, ਆਟਾ ਦਾਲ ਨਹੀਂ ਚਾਹੀਦਾ? ਬਿਲਕੁਲ ਬਿਲਕੁਲ, ਇਸ ਅੰਦੋਲਨ ਦੇ ਦੌਰਾਨ ਨੌਜਵਾਨ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਅੰਦੋਲਨ ਨਾਲ ਜੁੜੇ ਵੀ ਆ ਤੇ ਲਹਿਰ ਦਾ ਹਿੱਸਾ ਵੀ ਬਣੇ ਨੇ ਤੇ ਉਹ ਮੰਗ ਵੀ ਕਰਨਗੇ ਸਾਨੂੰ ਰੁਜ਼ਗਾਰ ਦਿਓ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕੋਈ ਪਾਰਟੀ ਉੱਪਰੋਂ ਨਹੀਂ ਆਉਂਦੀ, ਕਿਉਂ? ਜਥੇਬੰਦੀਆਂ ਜਿਹੜੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠਣ ਜਾਂ ਲੀਡਰਾਂ ਦਾ ਵਿਰੋਧ ਕਰਨ ਜਾਂ ਵੋਟਾਂ ਲੜਨ। ਇੱਕ ਟਾਈਮ ਦੇ ਉੱਤੇ ਇੱਕ ਹੀ ਕੰਮ ਹੋ ਸਕਦਾ ਤਾਂ ਉਹ ਅਸੀਂ ਕਾਨੂੰਨ ਰੱਦ ਕਰਾਉਣ ਦਾ ਕਰ ਰਹੇ ਹਾਂ। ਜਦੋਂ ਇਹ ਅੰਦੋਲਨ ਖਤਮ ਹੋ ਗਿਆ ਤਾਂ ਹੋ ਸਕਦਾ ਕਿ ਕੋਈ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੀ ਪਾਰਟੀ ਬਣ ਜਾਵੇ। ਕਿਤੇ ਐ ਨਾ ਹੋਵੇ ਉੱਧਰ ਤੁਸੀਂ ਕਾਨੂੰਨ ਰੱਦ ਕਰਾਈ ਜਾਓ, ਪੰਜਾਬ 'ਚ ਕੋਈ ਇਹੋ ਜਿਹੀ ਪਾਰਟੀ ਆਵੇ ਤੁਹਾਡੇ ਗਰਦਨ ਤੇ ਫਿਰ ਗੋਡਾ ਰੱਖ ਕੇ ਫਿਰ ਕਦੇ ਵੀ ਆ ਜਾਓ ਹੁਣ ਇੱਧਰ ਨੂੰ। ਨਹੀਂ, ਉਹ ਦੇਖੋ ਅਸੀਂ ਜਿਹੜਾ ਹੈਗਾ ਜੋ ਵੀ ਪਾਰਟੀ ਆਊਗੀ, ਕੋਈ ਵੀ ਸੱਤਾ ਦੇ ਵਿੱਚ ਆਊਗੀ, ਲੋਕਾਂ ਦੇ ਵਿੱਚ ਐਡੀ ਚੇਤਨਾ ਜ਼ਰੂਰ ਆ ਗਈ ਆ ਕਿ ਉਹ ਜਿਹੜਾ ਛੇਤੀ ਆ ਉਹਨਾਂ ਦੇ ਪੈਰ ਨਹੀਂ ਲੱਗਣ ਦੇਣਗੇ। ਔਰ ਦੂਜੀ ਗੱਲ ਹੈ ਵੀ ਇਕੱਲੀ ਪੰਜਾਬ ਦੀ ਪਾਰਟੀ ਜਾਂ ਸਰਕਾਰ ਬਦਲਣ ਨਾਲ ਇਹ ਸਿਸਟਮ ਭੰਗ ਨਹੀਂ ਹੋਣ ਲੱਗਿਆ। ਇਹ ਕਾਨੂੰਨ ਜਿਹੜੇ ਆ ਕੇਂਦਰ ਸਰਕਾਰ ਨੇ ਬਣਾਏ ਨੇ, ਇਹ ਉਹ ਨੀਤੀਆਂ ਨੇ WTO ਦੀਆਂ ਜਿਹਦੇ ਵਿੱਚੋਂ ਕਾਨੂੰਨ ਨਿਕਲੇ ਨੇ। ਸਰਕਾਰ ਸਰਕਾਰੀ ਖਰੀਦ ਤੋਂ ਭੱਜ ਰਹੀ ਆ, ਜਿਹਦੇ ਲਈ ਇਹ ਕਾਨੂੰਨ ਲੈ ਕੇ ਆ ਰਹੀ ਆ ਤੇ ਪੰਜਾਬ ਸਰਕਾਰ ਦੀ ਕੋਈ ਔਕਾਤ ਹੀ ਨਹੀਂ ਆ ਕਿ ਉਹ ਐਡੀ ਵੱਡੀਆਂ ਕੰਪਨੀਆਂ ਦੇ ਖਿਲਾਫ ਜਾ ਸਕੇ। ਇਸ ਕਰਕੇ ਜਿਹੜਾ ਹੈਗਾ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ। ਪਹਿਲਾਂ ਅਸੀਂ ਕਾਨੂੰਨ ਰੱਦ ਕਰਾਉਣੇ ਆ, ਫਿਰ ਅਸੀਂ ਜਿਹੜਾ ਸੱਤਾ ਦੇ ਵਿੱਚ। ਬਾਪੂ ਜੀ ਕੀ ਨਾਮ ਆ? ਰੇਸ਼ਮ ਸਿੰਘ ਹੈ ਜੀ। ਕਿੰਨੀ ਉਮਰ ਆ? 75 ਸਾਲ ਹੈ ਜੀ। ਅੱਜ ਤੱਕ ਇਦਾਂ ਦਾ ਪ੍ਰਧਾਨ ਮੰਤਰੀ ਆ ਸਰਕਾਰ ਦੇਖੀ ਆ? ਨਾ ਜੀ, ਆਈ ਜਾਂਦੀਆਂ ਸਰਕਾਰਾਂ ਚਲੇ ਜਾਂਦੀਆਂ। ਦੋ ਸਰਕਾਰਾਂ ਆਪਣੇ ਪੰਜਾਬ 'ਚ, ਇੱਕ ਅਕਾਲੀਆਂ ਦੀ ਹੈ, ਇੱਕ ਕਾਂਗਰਸ ਦੀ ਹੈ। ਇੱਕ ਚੜ ਜਾਂਦਾ, ਦੂਆ ਉਤਰ ਜਾਂਦਾ, ਦੂਆ ਚੜ ਜਾਂਦਾ, ਦੂਆ ਕਰਦੇ, ਦੋ ਹੀ ਕੁਛ। ਕੌਣ ਚੜਾਉਂਦਾ ਏ?
ਅਸੀਂ ਲੋਕ ਚੜਾਉਂਦੇ, ਗਲਤੀਆਂ ਸਾਡੀਆਂ ਜ਼ਿੰਮੇਵਾਰ ਕਿਹਦੀ ਆ? ਸਾਡੀ ਓ ਜ਼ਿੰਮੇਵਾਰੀ ਹੈ, ਇਹਨੂੰ ਤਾਰਨਾ ਲਾਉਣਾ। ਹੁਣ ਨਹੀਂ, ਅੱਗੇ ਵਾਸਤੇ ਦੇਖੋ, ਚੰਗਾ ਬੰਦਾ ਚੁਣੋ, ਚੰਗੀ ਸਰਕਾਰ ਚੁਣੋ। ਨਹੀਂ, ਜਿਹੜੇ ਲੋਕ ਕਹਿੰਦੇ ਆ ਬਾਬੇ ਜਿਹੜੇ ਬੈਠੇ ਸਾਡੇ ਖੁੰਡ ਕੱਟੜ, ਇਹ ਕਹਿੰਦੇ ਤਾਂ ਅਸੀਂ ਤਾਂ ਇੱਥੇ ਹੀ ਲਾਣੀ ਹਾਂ, ਕਾਲੀਆਂ ਪਰ ਲਾਉਣੀ ਹੈ। ਹਾਂ ਜੀ, ਹਾਂ, ਸਾਡੀ ਮਾਂ ਬਾਪ ਪਾਰਟੀ ਹੈ। ਬੁੜੀਆਂ ਨੂੰ ਜਿੰਨਾ ਮਰਜ਼ੀ ਕਹ ਲਓ, ਨਾ ਅਸੀਂ ਤਾਂ ਉਹਨੂੰ ਪਾਉਣੀ ਵੋਟ। ਮੁੰਡੇ ਤਾਂ ਬਥੇਰਾ ਕਹਿੰਦੇ ਬਦਲਾਅ ਹੁਣ ਲੱਗੇ, ਬਦਲਾਅ ਹੋ ਗਿਆ ਜੀ, ਮੁੰਡਿਆਂ ਨੇ ਹੁਣ ਕਰ ਲਿਆ ਨਹੀਂ, ਬਦਲਾਅ। ਹੁਣ ਬਾਬੇ ਵੀ ਬਦਲਾਅ ਚਾਹੁੰਦੇ ਕਿ ਨਹੀਂ? ਪੱਕਾ ਜੀ, ਪੱਕਾ ਹੁੰਦੇ ਆ। ਤੇ ਕੇਂਦਰ ਸਰਕਾਰ ਨੂੰ ਕਿਵੇਂ ਦੇਖਦੇ ਹੋ? ਲਗਾਤਾਰ ਰੇਟ ਵਧਾਈ ਜਾ ਰਹੇ ਆ, ਡੀਜ਼ਲ ਦੇ, ਪੈਟਰੋਲ ਦੇ, ਸਰੋਂ ਦਾ ਤੇਲ ਹੋ ਗਿਆ, ਟਰਾਂਸਪੋਰਟਰ ਹੈ ਜੀ। ਹਾਂਜੀ, ਗੱਡੀਆਂ ਦਾ ਵੇਚਣੀਆਂ ਪਈਆਂ ਅਖੀਰ, ਕੋਈ ਰੇਟ ਨਹੀਂ ਹੈ। ਜੇ ਕੋਈ ਜਾਨਣਾ ਪੁਲਿਸ ਨਹੀਂ ਛੱਡਦੀ। ਬਾਕੀ ਇੰਨਾ ਮਹਿੰਗਾਈ ਹੋ ਗਈ ਹੈ, ਕੋਈ ਨਾ ਟਰਾਂਸਪੋਰਟ ਨਾ ਕੁਝ, ਬਹੁਤ ਬੁਰਾ ਹਾਲ। ਤੁਸੀਂ ਕਹਿੰਦੇ ਗੱਡੀਆਂ ਵੇਚਣੀਆਂ ਪਈਆਂ, ਜੇ ਇਹੀ ਹਾਲਾਤ ਰਹੇ ਗਰੀਬ ਲੋਕ ਕਹਿੰਦੇ ਸਾਨੂੰ ਤਾਂ ਕਿਡਨੀਆਂ ਵੇਚਣੀਆਂ ਪੈਣੀਆਂ। ਜੋ ਕਿ ਗਰੀਬ ਖਾਊਗਾ ਕੀ? ਗਰੀਬ ਵਾਸਤੇ ਤਾਂ ਇੱਥੇ ਬਿਲਕੁਲ ਰਹਿਣਾ ਹੀ ਮੁਸ਼ਕਿਲ ਹੋ ਗਿਆ। ਉਹ ਕਿਆ ਕਰੂਗਾ, ਕਿਆ ਬੱਚਿਆਂ ਨੂੰ ਪਾਲੂਗਾ, ਪੜ੍ਹਾਏਗਾ ਕਿਵੇਂ ਉਹ ਆਪਣਾ ਖਰਚਾ ਚਲਾਏਗਾ? ਫਿਰ ਇਹ ਸਰਕਾਰ ਵਧੀਆ ਹੈ, ਅੰਗਰੇਜ਼ ਵਧੀਆ? ਤੇ ਅੰਗਰੇਜ਼ ਵਧੀਆ, ਤੇ ਇਹਦੇ ਨਾਲੋਂ ਤਾਂ ਜੋ ਦੰਦੇ ਤਾਂ ਥੇ ਖਾਣ ਨੂੰ, ਪਰ ਇਹਨਾਂ ਨੇ ਤਾਂ ਕਰਿਆ ਕੁਛ ਨਹੀਂ ਹੈ। ਚਲੇ ਜਾਂਦਾ, ਦੂ ਆ ਜਾਂਦਾ। ਦੋ ਹੀ ਵਧੀਆ ਕੋਈ ਬੰਦਾ ਆਉਣਾ ਚਾਹੀਦਾ ਜਿਹੜਾ ਪੂਰਾ ਇੰਡੀਆ ਦਾ ਸੁਧਾਰ ਕਰੇ। ਜਦ ਇਹ ਮੋਦੀ ਵਾਅਦੇ ਕਰਦਾ ਤਾਂ ਮੈਂ 15 ਲੱਖ ਰੁਪਇਆ ਪਾਉਂਗਾ ਅਕਾਊਂਟ, ਖਾਤੇ 'ਚ ਆ ਗਿਆ। ਸਾਡੇ ਖਾਤੇ 'ਚ ਇੱਕ ਨਵਾਂ ਪੈਸਾ ਵੀ ਨਹੀਂ ਆਇਆ, ਕਿਸੇ ਦੇ ਵੀ ਨਹੀਂ ਆਇਆ। ਅੱਛਾ, ਜਿਸ ਨੂੰ ਪੁੱਛੋ ਖਿਲਾਏ ਵੇ। ਕਹਿੰਦੇ ਇੱਕ ਬੰਦੇ ਦੇ ਖਾਤੇ 'ਚ ਆ ਗਿਆ, ਪਤਾ ਨਹੀਂ ਕਿਤੇ ਬੈਂਕ ਵਾਲੇ ਨੇ ਗਲਤੀ ਨਾਲ ਪਾਤਾ। ਉਹ ਕਹਿੰਦਾ ਮੈਨੂੰ ਤਾਂ ਮੋਦੀ ਨੇ ਦਿੱਤਾ, ਮੈਂ ਨਹੀਂ ਮੋੜਨਾ। ਉਹ ਤੇ ਫਿਰ ਵਿਚਾਰੇ ਤੇ ਵਾਪਸ ਲੈ ਦੇ। ਅੱਛਾ, ਇਹ ਗੱਲ ਦੱਸੋ ਵੀ ਹੁਣ ਜੇ ਹਾਲਾਤ ਇਹੀ ਰਹੇ, ਹਾਂਜੀ, ਕਿਤੇ ਦੁਬਾਰਾ ਤਾਂ ਨਹੀਂ ਅਸੀਂ ਗੁਲਾਮ ਹੋਣ ਜਾ ਰਹੇ? ਨਹੀਂ, ਗੁਲਾਮ ਤਾਂ ਜੇ ਹਾਲਾਤ ਇਹ ਰਹੇ ਫਿਰ ਤਾਂ ਹੋਊਗੇ, ਜੇ ਨਾ ਰਹੇ ਹਾਲਤ ਸਿੱਧਣ ਹੋਏ। ਇਹ ਗੱਲ ਤੇ ਤੁਸੀਂ ਵਿਸ਼ਵਾਸ ਰੱਖੋ। ਕੀ ਲੱਗਦਾ ਦੇਸ਼ ਗੁਲਾਮੀ ਵੱਲ ਨੂੰ ਤਾਂ ਨਹੀਂ ਵੱਧ ਰਿਹਾ ਕਿਤੇ? ਮੀਡੀਆ ਜਿਹੜਾ ਇਹ ਬਹੁਤ ਅੱਗੇ ਆ ਗਿਆ। ਹਰ ਇੱਕ ਖਬਰ ਜਿਹੜੀ ਜਦਾਂ ਨਿਕਲਦੀ ਹੈ, ਜਦੋਂ ਆ ਜਾਂਦੀ ਫੋਨਾਂ ਤੇ ਆ ਜਾਂਦੀ, ਸਭ ਜਗ੍ਹਾ ਆ ਜਾਂਦੀ ਹੈ। ਇਹਦੇ ਕਰਕੇ ਬਹੁਤ ਦਬਾਅ ਪੈ ਗਿਆ। ਹੁਣ ਕੋਈ ਚੰਗਾ ਬਣੂਗਾ। ਹੁਣ ਜਿਹੜੇ ਬਾਬੇ ਬੈਠੇ ਪੁਰਾਣੇ ਜਿਹੜੇ ਬਜ਼ੁਰਗ ਆ, ਖੁੰਡ ਆ, ਉਹ ਕੋਈ ਬਦਲਾ ਲਿਆਉਂਗੇ ਕਿ ਉਹੀ ਇੱਕੋ ਜਗ੍ਹਾ ਟਿਕਿਆ? ਨੌਜਵਾਨ ਜਿਹੜੇ ਮੁੰਡੇ ਹੁਣ ਅੱਗੇ ਆ ਗਏ ਆ, ਉਹ ਬਦਲਾ ਲਿਆ। ਨੌਜਵਾਨਾਂ ਦੇ ਨਾਲ ਤੁਹਾਨੂੰ ਨਾਲ ਚੱਲਣਾ ਪੱਕਾ ਨਾਲ ਹੈ ਜੀ, ਨਾਲ ਹੈ ਪੱਕੇ। ਅਸੀਂ ਤਾਂ ਜਿੱਦਾਂ ਨੂੰ ਪੱਕੀ, ਜਿੱਥੇ ਕੋਈ ਕੁਰਬਾਨੀ ਕਰਨੀ ਪਵੇ ਦੇਵਾਂਗੇ। ਪਰਮਿੰਦਰ ਜੀ, ਇੱਕ ਸਵਾਲ ਅਹਿਮ ਹੈ। ਪੰਜਾਬ ਦੇ ਵਿੱਚ ਇੱਕ ਚਰਚਾ ਛਿੜੀ ਹੋਈ ਹੈ ਕਿ ਬੀਜੇਪੀ ਦੇ ਵਿੱਚ ਇੱਕ ਪੰਜਾਬ ਦੀ ਵੱਡੀ ਸਿਆਸੀ ਪਾਰਟੀ ਦਾ ਚਿਹਰਾ ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਵੀ ਹੋ ਸਕਦਾ, ਆਪਣੇ ਕਈ ਵੱਡੇ ਲੀਡਰਾਂ ਨੂੰ ਨਾਲ ਲੈ ਕੇ ਬੀਜੇਪੀ 'ਚ ਸ਼ਾਮਲ ਹੋ ਸਕਦਾ। ਕਿਆਸ ਰਹੀਆਂ ਹੈ, ਮੈਂ ਮਤਲਬ ਪੱਕਾ ਨਹੀਂ ਕਹਿੰਦਾ, ਕਿਆਸ ਰਹੀਆਂ ਅੰਦਾਜ਼ੇ ਇਹਦੇ 'ਚ ਇਹ ਵੀ ਕਿਹਾ ਜਾ ਰਿਹਾ ਕਿ ਬੀਜੇਪੀ ਚੋਣਾਂ ਦੇ ਨਜ਼ਦੀਕ ਜਾ ਕੇ ਐਲਾਨ ਕਰ ਸਕਦੀ ਹੈ ਕਿ ਕਾਨੂੰਨ ਮਾਫ ਆ, ਤੁਸੀਂ ਸਾਡੀ ਸਰਕਾਰ ਬਣਾਓ, ਅਸੀਂ ਹੋਰ ਵੀ ਬਹੁਤ ਕੁਝ ਦੇਵਾਂਗੇ, ਨੌਕਰੀਆਂ ਵੀ ਦੇ ਸਕਦੇ, ਸ਼ਹੀਦ ਕਿਸਾਨਾਂ ਨੂੰ ਪੈਸੇ ਵੀ ਦੇ ਸਕਦੇ ਆ। ਅਜਿਹੇ ਵਿੱਚ ਫਿਰ ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ ਬੀਜੇਪੀ ਦੀ ਸਰਕਾਰ ਬਣਾਉਣ ਬਾਰੇ ਸੋਚ ਸਕਦੇ ਆ? ਕਿਵੇਂ ਦੇਖਦੇ? ਸਰ, ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਾਰਿਸ ਹਾਂ, ਸ਼ਹੀਦ ਆਜ਼ਮ ਊਧਮ ਸਿੰਘ ਦੇ ਵਾਰਿਸ ਹਾਂ। ਅਸੀਂ ਇਹਨਾਂ ਦੇ ਲਾਲਚਾਂ ਤੇ ਵਿਕਣ ਵਾਲੇ ਨਹੀਂ। ਜਿਹੋ ਜਿਹੇ ਇਹਨਾਂ ਦੇ 15 ਲੱਖ ਰੁਪਏ ਘਰ ਵਾਲੇ ਨਾ, ਉਹੋ ਜਿਹੀਆਂ ਇਹਨਾਂ ਤੋਂ ਨੌਕਰੀਆਂ ਦੀਆਂ ਉਮੀਦਾਂ ਨੇ। ਜਿਸ ਚਿਹਰੇ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਕੱਲ੍ਹ ਤੱਕ ਲੋਕਾਂ ਨੂੰ ਨੌਕਰੀ ਦਿੰਦਾ ਸੀ, ਅੱਜ ਖੁਦ ਘਰੇ ਬੇਰੁਜ਼ਗਾਰ ਬੈਠਾ ਹੈ। ਸੋ ਉਹਨਾਂ ਨੇ ਰੱਬ ਦੇ ਘਰੇ ਦੇਰ ਹੈ, ਅੰਧੇਰ ਨਹੀਂ ਹੈ। ਜੋ ਉਹਨੇ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾਧੀਆਂ ਸੀ, ਉਸ ਦਾ ਉਹਨਾਂ ਨੂੰ ਨਤੀਜਾ ਮਿਲ ਚੁੱਕਿਆ। ਪਰ ਆਵਾਮ ਅੱਜ ਜਾਗ ਚੁੱਕਿਆ। 70 ਸਾਲਾਂ ਦਾ ਇਹਨਾਂ ਤੋਂ ਕਾਰਗੁਜ਼ਾਰੀ ਦਾ ਹਿਸਾਬ ਮੰਗ ਰਿਹਾ ਹੈ। ਇਹਨਾਂ ਦੀਆਂ ਝੂਠੀਆਂ ਇਹੋ ਜਿਹੀਆਂ ਰਾਜਨੀਤੀਆਂ ਤੇ ਕੋਈ ਵਿਸ਼ਵਾਸ ਨਹੀਂ ਕਰੇਗਾ। ਅੱਜ ਦਾ ਟਾਈਮ ਐਸਾ ਆ ਗਿਆ ਕਿ ਅਗਰ ਇਹ ਪਿੰਡਾਂ 'ਚ ਵੜਦੇ ਆ, ਪਹਿਲੀ ਗੱਲ ਤੇ ਆਪਣੀਆਂ ਲਾਲ ਬੱਤੀਆਂ ਹੂਟਰ ਲਾ ਕੇ ਆਉਂਦੇ ਨੇ। ਇੱਥੋਂ ਤੱਕ ਸਰਕਾਰੀ ਗੱਡੀਆਂ ਛੱਡ ਕੇ ਵੀ ਇਹ ਪ੍ਰਾਈਵੇਟ ਗੱਡੀਆਂ 'ਚ ਵੜਦੇ ਨੇ, ਕਿਉਂਕਿ ਅੱਜ ਦਾ ਆਮ ਆਵਾਮ ਲੋਕ ਜਾਗ ਚੁੱਕੇ, ਇਹਨਾਂ ਦੇ ਅੰਦਰ ਡਰ ਬੈਠ ਚੁੱਕਿਆ ਹੈ। ਸੋ ਇਹਨਾਂ ਦੀਆਂ ਝੂਠੀਆਂ ਰਣਨੀਤੀਆਂ 'ਚ ਹੁਣ ਪੰਜਾਬ ਦੇ ਲੋਕ ਜਾਂ ਭਾਰਤ ਵਾਸੀ ਨਹੀਂ ਪੈਣਗੇ। ਬਿਲਕੁਲ ਜੀ। ਜਸਰਾ ਜੀ, ਇੱਕ ਗੱਲ ਹੈ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕੀ ਬਦਲਾਅ ਦੇਖਣ ਨੂੰ ਮਿਲੇਗਾ 22 ਦੇ ਵਿੱਚ ਜਾਂ 24 ਦੇ ਵਿੱਚ? ਜਿਵੇਂ ਲੋਕ ਉਹੀ ਵੋਟ ਬੈਂਕ ਜਿਹੜਾ ਚੱਲਦਾ ਰਿਹਾ, ਆਟਾ ਦਾਲ ਇਹ ਦੇ ਦਾਂਗੇ, ਬਿਜਲੀ ਮੁਫਤ ਦੇ ਦਾਂਗੇ, ਰੋਜ਼ਗਾਰ ਦੀ ਗੱਲ ਕੋਈ ਨਹੀਂ ਕਰ ਰਿਹਾ ਕਿ ਰੋਜ਼ਗਾਰ ਦਿਆਂਗੇ, ਤੁਸੀਂ ਆਪ ਬਿੱਲ ਭਰਨ ਜੋਗੇ, ਤੁਹਾਨੂੰ ਨੌਕਰੀ ਦਿਆਂਗੇ। ਕੀ ਲੱਗਦਾ ਇਸ ਵਾਰੀ ਬਦਲਾਅ ਹੋ ਸਕਦਾ? ਕਿਸਾਨ ਜਿਹੜੇ ਹੈਗੇ ਆ ਕਿਵੇਂ ਦੇਖਦੇ ਆ? ਨੌਜਵਾਨ ਜਿਹੜੇ ਜਾਗਰੂਕ ਹੋਏ ਆ, ਕੀ ਲੱਗਦਾ 22 ਦੇ ਵਿੱਚ 24 ਦੇ ਵਿੱਚ ਕਿਸ ਦੇਖਣ ਨੂੰ ਮਿਲ ਸਕਦਾ? ਦੇਖੋ, ਪਹਿਲਾਂ ਮੈਂ ਗੱਲ ਕਰੂੰਗਾ ਤੁਹਾਡੇ ਪਹਿਲੇ ਸਵਾਲ ਦੀ, ਜਿਹੜਾ ਤੁਸੀਂ ਪੁੱਛਿਆ ਸੀ ਕਿ ਕਿਆ ਜਿਹੜੇ ਟੋਲ ਪਲਾਜ਼ੇ ਰੋਕੇ ਆ ਵੀ ਲੋਕ ਕਹਿੰਦੇ ਨੇ ਵੀ ਉਹ ਖਰਚਾ ਪੂਰਾ ਕਰਨ ਵਾਸਤੇ ਰੇਟ ਵੱਧ ਰਹੇ ਨੇ। ਮੈਂ ਇਸ ਗੱਲ ਨਾਲ ਲੋਕਾਂ ਦੀ ਨਾਲ ਸਹਿਮਤ ਨਹੀਂ ਹੈ। ਜਿਹੜੇ ਟੋਲ ਪਲਾਜ਼ੇ ਅਸੀਂ ਰੋਕੇ ਹੋਏ ਆ, ਇਹਨਾਂ ਨੂੰ ਐਕਸਟੈਂਸ਼ਨ ਮਿਲ ਜਾਣੇ ਬਾਅਦ 'ਚ।
ਉਹਦੇ ਕਾਰਨ ਇਹ ਰੇਟ ਵਧਣੇ ਹੈਗੇ ਆ। ਪਰ ਜੱਸੜਾ ਜੀ ਇਹਦਾ ਪੈਸਾ ਜਿੰਨਾ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੁੰਦਾ, ਹੁਣ ਤਾਂ ਸਰਕਾਰ ਨੂੰ ਖਜ਼ਾਨਾ ਖਾਲੀ ਆ, ਸਰਕਾਰ ਨੇ ਆਪਣਾ ਸਿਸਟਮ ਚਲਾਉਣਾ, ਉਹਦੇ ਵਾਸਤੇ ਤਾਂ ਪੈਸਾ ਚਾਹੀਦਾ। ਇਹ ਪੈਸਾ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੁੰਦਾ ਸੀ ਨੈਸ਼ਨਲ ਹਾਈਵੇ ਦੇ, ਉਹਦੇ ਨਾਲ ਸਿਸਟਮ ਚੱਲਦਾ ਸੀ। ਪਰ ਇਹ ਜਦੋਂ ਦਾ ਬੰਦ ਹੋਇਆ ਉਹਨਾਂ ਦਾ ਖਜ਼ਾਨਾ ਤਾਂ ਉਹਦਾ ਤਾਂ ਫਰਕ ਪੈ ਰਿਹਾ ਨਾ, ਪੈਸਾ ਤਾਂ ਨਹੀਂ ਜਾ ਰਿਹਾ। ਉਹ ਇਹ ਸਰ ਜੀ ਖਜ਼ਾਨਾ ਖਾਲੀ ਹੋਣ ਦਾ ਕਾਰਨ ਟੋਲ ਪਲਾਜ਼ੇ ਨਹੀਂ ਹੈਗੇ। ਖਜ਼ਾਨਾ ਖਾਲੀ ਹੋਣ ਦਾ ਕਾਰਨ ਹੈ ਸੈਂਡ ਮਾਫੀਆ, ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ। ਸਰ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਇਹ ਸਮਝੋ ਇਹ ਨੈਸ਼ਨਲ ਹਾਈਵੇ ਦੀ ਟੋਲ ਦੀ ਗੱਲ ਕਰ ਰਹੇ ਆਪਾਂ। ਨੈਸ਼ਨਲ ਹਾਈਵੇ ਟੋਲ ਜਿਹੜੇ ਹੈਗੇ ਆ ਕੇਂਦਰ ਸਰਕਾਰ ਦੇ ਅੰਡਰ ਆ, NHI ਦੇ ਅੰਡਰ, ਤੇ ਹਰ ਮਤਲਬ ਅੰਦਾਜ਼ਾ ਲਾਉਂਦਾ ਵੀ ਮਹੀਨੇ ਦਾ ਘੱਟੋ ਘੱਟ 1000 ਕਰੋੜ ਰੁਪਈਆ ਸਰਕਾਰੀ ਖਜ਼ਾਨੇ 'ਚ ਟੋਲ ਤੋਂ ਜਾਂਦਾ ਹੈ। ਉਹ ਹੁਣ ਬੰਦ 1000 ਕਰੋੜ, ਤੇ 1000 ਕਰੋੜ ਦਾ ਨੁਕਸਾਨ ਜਿਹੜਾ ਕਿਤੇ ਨਾ ਕਿਤੇ ਲੋਕ ਕਹਿੰਦੇ ਆ ਵੀ ਮਹਿੰਗਾਈ, ਸਰੋਂ ਦੇ ਤੇਲ ਦਾ ਰੇਟ ਵਧਾ ਦਿੱਤਾ ਇਹਨਾਂ ਨੇ, ਗੈਸ ਦਾ ਵਧਾਤਾ, ਡੀਜ਼ਲ ਪੈਟਰੋਲ ਦਾ, ਉਧਰੋਂ ਜਿਹੜਾ ਹੈਗਾ ਉਹ ਖਰਚੇ ਘਾਟਾ ਪੂਰਾ ਕਰ ਰਹੀ ਹੈ ਸਰਕਾਰ। ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ, ਲੋਕਾਂ ਦੇ ਉੱਤੇ ਬੋਝ ਪਾਇਆ ਗਿਆ। ਦੇਖੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀਆਂ ਸੋਚਾਂ ਨਾ ਸੋਚਣ। ਜਦੋਂ ਸੁਖਬੀਰ ਬਾਦਲ ਇੱਕ MP ਦੀ ਚੋਣ ਲੜਦਾ ਹੈ, ਉਹ ਰਿਜ਼ਾਈਨ ਕਰਕੇ ਫਿਰ MLA ਲੜਦਾ ਹੈ, ਜਿਹੜਾ ਉਹ ਖਰਚਾ ਲੋਕਾਂ ਤੇ ਪੈਂਦਾ ਉਹ ਨਹੀਂ ਯਾਦ ਆਉਂਦਾ ਲੋਕਾਂ ਨੂੰ। ਇਹ ਗਲਤ ਹੈ ਲੋਕਾਂ ਦੀ ਸੋਚ। ਜਿਹੜਾ ਜਦੋਂ ਹੁਣ ਕੇਂਦਰ ਸਰਕਾਰ ਹੈ, ਟੋਲ ਪਲਾਜ਼ੇ ਬੰਦ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਰੇਲਵੇ ਵੇਚਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਸਾਡੇ ਐਡੇ ਐਡੇ ਵੱਡੇ ਹਵਾਈ ਜਹਾਜ਼ਾਂ ਦੇ ਅੱਡੇ ਵੇਚਣੇ ਸ਼ੁਰੂ ਕਰਦੇ ਸੀ। ਉਹਨਾਂ ਦਾ ਖਜ਼ਾਨਾ ਖਾਲੀ ਹੋ ਰਹਿੰਦਾ। ਜਦੋਂ ਉਹ ਇੱਕ ਚੋਣ ਲੜ ਕੇ ਦੂਜੀ ਚੋਣ ਲੜਦੇ ਆ, ਜਿਹੜਾ ਉਹ ਬੋਝ ਪੈਂਦਾ। ਜਦੋਂ ਜਿਹੜੀਆਂ ਚੋਣਾਂ ਹੁੰਦੀਆਂ ਨੇ 2 ਸਾਲ 3 ਸਾਲ ਪਹਿਲਾਂ ਕਰਾ ਦਿੰਦੇ ਆ, ਉਹ ਬੋਝ ਹੁੰਦਾ। ਉਦੋਂ ਖਜ਼ਾਨਾ ਖਾਲੀ ਕਿਉਂ ਨਹੀਂ ਹੁੰਦਾ? ਇਹ ਸੋਚ ਗਲਤ ਹੈ, ਕਿਉਂਕਿ ਸਰਕਾਰ ਕੋਲ ਹੋਰ ਆਮਦਨ ਦੇ ਸਾਧਨ ਬਹੁਤ ਜ਼ਿਆਦਾ ਹੁੰਦੇ ਨੇ। ਇਹ ਤਾਂ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈ ਜੀ। ਕਿਸਾਨੀ ਸੰਘਰਸ਼ ਦਾ ਪੰਜਾਬ ਦੀਆਂ ਚੋਣਾਂ ਤੇ ਕੀ ਫਰਕ ਪੈਣ ਵਾਲਾ, ਕੀ ਬਦਲਾਅ ਹੋ ਸਕਦਾ, ਕੁਝ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਚਾਹੁੰਦੇ ਲੋਕ, ਜਾਂ ਕਿਸ ਤਰ੍ਹਾਂ ਦਾ ਬਦਲਾਅ ਚਾਹੁੰਦੇ ਹੁਣ ਕਿਸਾਨੀ ਸੰਘਰਸ਼ ਤੋਂ ਬਾਅਦ? ਦੇਖੋ ਬਦਲਾਅ ਤਾਂ ਸਾਹਮਣੇ ਦਿਸ ਰਿਹਾ ਜੀ। ਕਿਸੇ ਵੀ ਜਿਹੜਾ ਨੇਤਾ ਹੈ ਰਵਾਇਤੀ ਪਾਰਟੀਆਂ ਦਾ, ਜਦੋਂ ਪਿੰਡਾਂ 'ਚ ਆਉਂਦਾ ਉਹਨੂੰ ਭੱਜਣਾ ਪੈਂਦਾ। ਇਹ ਲੋਕਾਂ ਦੀ ਸੋਚ ਦੀ ਉਹ ਗੱਲ ਹੈ। ਜਿਹੜੇ ਇਹ ਨੌਜਵਾਨਾਂ ਖਾਸ ਕਰਕੇ ਨੌਜਵਾਨ ਹੁਣ ਸਮਝ ਗਏ ਨਾ ਕਿ ਉਹਨਾਂ ਦਾ ਫਿਊਚਰ ਤਾਂ ਹੀ ਸੁਰੱਖਿਅਤ ਹੈ ਜੇ ਨੌਜਵਾਨਾਂ ਨੂੰ ਨੌਕਰੀਆਂ ਤਾਂ ਮਿਲਣਗੀਆਂ ਜੇ ਅਸੀਂ ਕੋਈ ਵਧੀਆ ਪਾਰਟੀ ਨੂੰ ਚੁਣ ਕੇ ਅਸੀਂ ਅੱਗੇ ਲਿਆਵਾਂਗੇ। ਜੋ ਗਲਤ ਰੀਤਾਂ ਇਹ ਦੋਨਾਂ ਪਾਰਟੀਆਂ ਨੇ ਪਾਈਆਂ ਹੋਈਆਂ ਉਹ ਰੀਤਾਂ ਬਦਲੀਆਂ ਜਾਣਗੀਆਂ ਬਦਲਾਅ ਹੋਰ ਪਾਰਟੀ ਨਾਲ। ਦੇਖੋ ਹੁਣ ਜਿਹੜੀਆਂ ਰਵਾਇਤੀ ਪਾਰਟੀਆਂ ਇਹਨਾਂ ਕੋਲ ਕੋਈ ਆਪਣਾ ਏਮ ਨਹੀਂ ਹੈ, ਕੋਈ ਆਪਣੇ ਪੰਜਾਬ ਵਾਸਤੇ ਕੋਈ ਵਧੀਆ ਨੀਤੀ ਨਹੀਂ ਹੈ। ਜਿਹੜੀ ਕਾਂਗਰਸ ਆ ਉਹ ਅਕਾਲੀਆਂ ਨੂੰ ਗਾਲਾਂ ਕੱਢੀ ਜਾਂਦੀ ਹੈ, ਜਿਹੜੇ ਅਕਾਲੀ ਨਾ ਉਹ ਕਾਂਗਰਸ ਨੂੰ ਗਾਲਾਂ ਕੱਢੀ ਜਾਂਦੇ ਆ। ਇਹ ਹੁਣ ਨੌਜਵਾਨ ਮੂਹਰੇ ਆ ਗਏ, ਅਸੀਂ ਉਹਦੇ ਪਿੱਛੇ ਲੱਗ ਗਏ। ਪਹਿਲਾਂ ਨੌਜਵਾਨ ਪਿੱਛੇ ਸੀ, ਅਸੀਂ ਅੱਗੇ ਸੀ। ਹੁਣ ਦੇਖੋ ਪਿੰਡਾਂ ਵਿੱਚ ਇਹਨਾਂ ਦਾ ਘਰਾਓ ਹੁੰਦਾ, ਇਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ, ਇਹਨਾਂ ਕੋਲ ਜਵਾਬ ਕੋਈ ਨਹੀਂ। ਇਸ ਕਰਕੇ ਹੁਣ ਬਦਲਾਅ ਲਾਜ਼ਮੀ ਆਊਗਾ ਜੀ। ਸੋ ਬਿਲਕੁਲ ਕਿਸਾਨਾਂ ਦੇ ਵੱਲੋਂ ਵੀ, ਆਮ ਲੋਕਾਂ ਦੇ ਵੱਲੋਂ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਕਿਸਾਨ ਅੰਦੋਲਨ ਦਾ ਜਿਹੜਾ ਫਰਕ ਆ 2022 ਦੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਪੰਜਾਬ ਦੇ ਵਿੱਚ ਸਿਆਸਤ ਬਦਲੇਗੀ, ਸਿਆਸੀ ਪਾਰਟੀਆਂ ਵੀ ਹੁਣ ਕਿਸਾਨਾਂ ਦੇ ਨਜ਼ਦੀਕ ਆ ਰਹੀਆਂ ਤਾਂ ਕਿ ਕਿਸਾਨਾਂ ਦੇ ਹਮਾਇਤ ਦੇ ਨਾਲ ਪੰਜਾਬ ਦਾ ਵੋਟ ਬੈਂਕ ਆਪਣੇ ਵੱਲ ਕੀਤਾ ਜਾ ਸਕੇ। ਸੋ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਇਸ 22 ਦੀਆਂ ਚੋਣਾਂ ਦੇ ਵਿੱਚ ਕਿਸ ਮੁੱਦੇ ਨੂੰ ਲੈ ਕੇ ਵੋਟਾਂ ਪਾਣਗੇ। ਕਈ ਮੁੱਦੇ ਜਿਹੜੇ ਹੈਗੇ ਆ ਸਿਆਸੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਨੇ। ਬੇਰੁਜ਼ਗਾਰੀ ਹੋ ਗਈ, ਨਜਾਇਜ਼ ਮਾਈਨਿੰਗ ਹੋ ਗਈ, ਆਟਾ ਦਾਲ, ਕਈ ਜਿਹੜੀ ਹੈਗੀਆਂ ਕਈ ਲੁਭਾਣੇ ਜਿਹੜੇ ਹੈਗੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾ ਰਹੇ ਨੇ। ਹੁਣ ਲੋਕ ਉਹਨਾਂ ਵਾਅਦਿਆਂ ਦੇ ਵਿੱਚ ਆਣਗੇ ਜਾਂ ਰੋਜ਼ਗਾਰ ਮੰਗਣਗੇ, ਦੇਖਣਾ ਹੋਵੇਗਾ। ਪਰੰਤੂ ਕਿਸਾਨੀ ਸੰਘਰਸ਼ ਤੋਂ ਬਾਅਦ ਬਦਲਾਅ ਕਾਫੀ ਆਇਆ ਸਿਆਸਤ ਦੇ ਵਿੱਚ। ਜਿਹੜੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਧਰਮਾਂ ਦੇ ਵਿੱਚ, ਜਾਤਾਂ ਦੇ ਵਿੱਚ ਵੰਡਦੀਆਂ ਸੀ, ਉਹ ਲੋਕ ਅੱਜ ਧਰਨਿਆਂ ਦੇ ਵਿੱਚ ਇਕੱਠੇ ਇੱਕ ਪਲੇਟਫਾਰਮ ਤੇ ਨਜ਼ਰ ਆ ਰਹੇ ਨੇ। ਭਾਵੇਂ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ ਜਾਂ ਈਸਾਈ ਹੋਣ, ਦਿੱਲੀ ਦੇ ਧਰਨਿਆਂ ਦੇ ਉੱਤੇ ਸਾਰੇ ਹੀ ਇੱਕ ਪਲੇਟਫਾਰਮ ਤੇ ਇੱਕ ਦੂਜੇ ਦੀ ਸੇਵਾ ਕਰਦੇ ਨਜ਼ਰ ਆਉਂਦੇ ਨੇ। ਲੰਗਰ ਲਗਾ ਰਿਹਾ, ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਰਿਹਾ। ਸੋ ਸਿਆਸੀ ਪਾਰਟੀਆਂ ਦਾ ਜਿਹੜਾ ਪੈਂਤਰਾ ਸੀ ਲੋਕਾਂ ਨੂੰ ਧਰਮਾਂ ਦੇ ਵਿੱਚ, ਜਾਤਾਂ ਦੇ ਵਿੱਚ ਵੰਡ ਕੇ ਸਿਆਸਤਾਂ ਕਰਨਾ, ਉਹ ਕਿਤੇ ਨਾ ਕਿਤੇ ਬੇਨਕਾਬ ਕੀਤਾ ਕਿਸਾਨਾਂ ਨੇ। ਸੋ ਹੁਣ ਦੇਖਣਾ ਹੋਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਕਿਸ ਰੰਗ ਦੇ ਵਿੱਚ ਅੱਗੇ ਜਾਏਗਾ। ਕੇਂਦਰ ਸਰਕਾਰ ਇਸ ਮਸਲੇ ਨੂੰ ਹੱਲ ਕਰੇਗੀ ਜਾਂ ਕਿਸਾਨਾਂ ਨੂੰ ਹਲੇ ਹੋਰ ਲੰਬੀ ਲੜਾਈ ਲੜਨੀ ਪਵੇਗੀ, ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।